ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ, ਅਵਰ ਨ ਸੂਝੈ ਦੂਜੀ ਠਾਹਰ। ਹਾਰ ਭਰਿਓ ਤੋ ਦਵਾਰੀ, ਲੇਖਾ ਛੋੜ ਅਲੇਖੈ ਛੁਟੈ। ਹਮ ਨਿਰਗੁਣ ਲਿਹੋ ਉਬਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਬਾਰੀ, ਠਾਕੁਰ ਤੁਮ ਸਰਨਾਈ ਆਇਆ। ਉਤਰ ਗਇਓ ਮੇਰੇ ਮਨ ਕਾ ਸੰਸਾਰ, ਜਬ ਤੇ ਦਰਸ਼ਨ ਪਾਇਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਭਿਖਿਆ, ਸੇ ਫਿਰ ਘਰ ਵਾਸ ਨ ਭਰਿਆ ਰੇ। ਚਵਰ ਛਤਰ ਤਖਤ ਮਾਲਿਕ, ਅੰਤਰਜਾਮੀ ਲੋਕ ਪਰਲੋਕ ਦੇ ਸਹਾਈ। ਪ੍ਰਗਟ ਗੁਰਾਂ ਕੀ ਦੇਹ ਗੁਰਤਾ ਗੱਦੀ ਤੇ ਬਿਰਾਜਮਾਨ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਸਬਦੂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜ੍ਹਤੇ ਆਓ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ਾਂ ਕਰਕੇ ਨਿਵਾਜਣਾ ਕੀਤਾ ਹੈ। ਜੋ ਰੋਜ਼ਾਨਾ ਦੀ ਪਾਵਨ ਵਿਚਾਰ ਜਪਜੀ ਸਾਹਿਬ ਜੀ ਦੀ ਪਾਵਨ ਵਿਚਾਰ ਸਰਵਣ ਕਰਨ ਵਾਸਤੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਗੁਰੂ ਪਿਰਤੀ ਪਿਆਰ ਵਿੱਚ ਭਿੱਜ ਕਰਕੇ ਹਾਜ਼ਰੀਆਂ ਲਵਾ ਰਹੇ ਹੋ। ਆਓ ਇੱਕ ਵਾਰੀ ਕਰੋ ਰਸਨਾ ਪਵਿੱਤਰ, ਲਵਾਓ ਹਾਜ਼ਰੀਆਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ, ਜੋ ਅੱਜ 18ਵੀਂ ਪੌੜੀ ਦੀ ਪਾਵਨ ਵਿਚਾਰ ਸਤਿਗੁਰੂ ਆਪ ਕਿਰਪਾ ਕਰਕੇ ਮਿਹਰ ਭਰਿਆ ਹੱਥ ਰੱਖ ਕੇ ਕਥਨ ਤੇ ਸੁਣਨ ਦੀ ਸਤਿਗੁਰੂ ਦਾਤ ਬਖਸ਼ਿਸ਼ ਕਰਨ। ਪਿਛਲੇ ਦੀਵਾਨਾਂ ਵਿੱਚ, ਪਿਛਲੀ ਪੌੜੀ ਵਿੱਚ ਅਸੰਖ ਜਪ ਅਸੰਖ ਭਾਉ, ਇਸ ਪਾਵਨ ਪੌੜੀ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਕਿ ਕਿਵੇਂ ਕਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਕੇ ਸਿੱਖ ਦੇ ਜਿਹੜੇ ਭਰਮ ਹਨ ਉਹ ਦੂਰ ਕਰਦੇ ਹਨ। ਕਿ ਜੇ ਨਾਮ ਜਪਿਆ ਤੇ ਮਨ ਵਿੱਚ ਅਹੰਕਾਰ ਨਹੀਂ ਕਰਨਾ। ਆਪ ਜੀ ਨੇ ਸਰਵਣ ਕੀਤਾ। ਹਜੂਰ ਕਹਿੰਦੇ ਅਨੇਕਾਂ ਨੇ, ਅਣਗਿਣਤ ਨੇ ਜਿਹੜੇ ਜਪ ਕਰ ਰਹੇ ਹਨ। ਸਤਿਗੁਰਾਂ ਤੋਂ ਬਲਿਹਾਰ ਜਾਈਏ, ਕਈ ਵਾਰੀ ਮਨੁੱਖ ਨਾਮ ਜਪਦਾ ਹੰਕਾਰੀ ਹੋ ਜਾਂਦਾ ਕਿ ਮੇਰੇ ਵਰਗਾ ਜਪਦਾ ਹੀ ਕੋਈ ਨਹੀਂ। ਪਰ ਮਹਾਰਾਜ ਕਹਿੰਦੇ ਤੂੰ ਨਹੀਂ ਕੱਲਾ, ਦੁਨੀਆ ਦੇ ਅਣਗਿਣਤ ਲੋਕ ਜਿਹੜੇ ਨੇ ਜਪ ਕਰ ਰਹੇ ਨੇ, ਪਿਆਰ ਵਿੱਚ ਭਿੱਜ ਕੇ ਕਰ ਰਹੇ ਨੇ, ਅਸੰਖ ਪੂਜਾ ਕਰ ਰਹੇ ਨੇ। ਕਈ ਮਨੁੱਖ ਪੂਜਾ ਕਰਦੇ ਆ, ਪਰ ਮਹਾਰਾਜ ਕਹਿੰਦੇ ਕੱਲਾ ਤੂੰ ਨਹੀਂ। ਭਾਵ ਹਰ ਪ੍ਰਕਾਰੋਂ ਮਹਾਰਾਜ ਨੇ ਪਿਛਲੀ ਪੌੜੀ ਵਿੱਚ, ਜੇ ਸਤਿਗੁਰ ਕਹਿੰਦੇ ਤੈਨੂੰ ਪੰਜ ਪ੍ਰਧਾਨ ਦੀ ਅਵਸਥਾ ਜਿਹੜੀ ਅਗਰ ਪ੍ਰਾਪਤ ਕਰਨੀ ਹੈ, ਫਿਰ ਮਨੋਂ ਇਹ ਗੱਲਾਂ ਸਾਰੀਆਂ ਤਿਆਗਣੀਆਂ ਪੈਣਗੀਆਂ। ਤੇ ਸਤਿਗੁਰੂ ਕਹਿੰਦੇ ਜੇ ਸਤਿਗੁਰ ਦੀ ਕਿਰਪਾ ਤੇਰੇ ਤੇ ਹੋ ਗਈ ਤੇ ਹੁਣ ਜਿਹੜੇ ਨੀਵੇਂ ਹਨ, ਕਈ ਵਾਰੀ ਮਨੁੱਖ ਉੱਚਾ ਹੋ ਜਾਂਦਾ
ਤੇ ਨੀਵਿਆਂ ਨਾਲ ਗੁਰੂ ਪਿਆਰਿਓ ਈਰਖਾ ਕਰਨ ਲੱਗ ਪੈਂਦਾ ਹੈ। ਅੱਜ ਦੀ ਪੌੜੀ ਵਿੱਚ ਮਹਾਰਾਜ ਕਹਿੰਦੇ ਜੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਦਿੱਤੀ ਤੇਰੇ ਤੇ, ਫਿਰ ਬਹੁਤ ਸੰਸਾਰ ਦੇ ਲੋਕ ਜਿਹੜੇ ਨੇ ਮੂਰਖ ਹਨ। ਇਹ ਸਾਰੀ ਪੌੜੀ ਵਿੱਚ ਵੀ ਜੇ ਤੈਨੂੰ ਕਿਰਪਾ ਕਰ ਦਿੱਤੀ ਤੇ ਫਿਰ ਮੂਰਖਾਂ ਦੇ ਨਾਲ ਤੋ ਭਾਵ ਦ્વੈਤ ਭਾਵਨਾ ਨਹੀਂ ਰੱਖਣੀ, ਮਾੜੀ ਸੋਚ ਨਹੀਂ ਰੱਖਣੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੰਖ ਮੂਰਖ ਅੰਧ ਘੋਰ, ਨਾਮ ਜਪ ਕੇ ਅਵਸਥਾ ਮਿਲਣ ਤੋਂ ਬਾਅਦ ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਦਾ ਮਨ ਵਿੱਚ ਅਹੰਕਾਰ ਨਹੀਂ ਕਰਨਾ। ਸੇਵਾ ਕੀਤੀ ਹੈ, ਸੇਵਾ ਕਰਨ ਵਾਲੇ ਬੜੇ ਸੰਸਾਰ ਵਿੱਚ, ਨਾਮ ਜਪਿਆ, ਨਾਮ ਜਪਣ ਵਾਲੇ ਹੋਰ ਬੜੇ ਨੇ, ਪਰ ਨਾਮ ਜਪ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਲ ਅਕਾਲ ਪੁਰਖ ਦੀ ਰਚੀ ਹੋਈ ਸ੍ਰਿਸ਼ਟੀ ਵਿੱਚ ਅਨੇਕਾਂ ਤਰੀਕਾਂ ਦੇ ਸਤਿਗੁਰੂ ਕਹਿੰਦੇ ਮੂਰਖ ਹਨ। ਸਤਿਗੁਰੂ ਕਹਿੰਦੇ ਸਭ ਤੋਂ ਵੱਡਾ ਮੂਰਖ ਕੌਣ ਹੈ? ਜਿਹੜਾ ਸਰੀਰ ਨੂੰ ਫੜ ਕਰਕੇ ਰੱਖਦਾ, ਸਰੀਰ ਨਾਲ ਪਿਆਰ ਕਰਦਾ, ਚੰਮ ਦ੍ਰਿਸ਼ਟੀ ਨਾਲ। ਪਿਛਲੇ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ, ਦੋ ਦ੍ਰਿਸ਼ਟੀ, ਇੱਕ ਚੰਮ ਦ੍ਰਿਸ਼ਟੀ, ਇੱਕ ਦਿਵ ਦ੍ਰਿਸ਼ਟੀ। ਜਿਹੜੇ ਚੰਮ ਦ੍ਰਿਸ਼ਟੀ ਨਾਲ ਪਿਆਰ ਕਰਦੇ ਮਹਾਰਾਜ ਕਹਿੰਦੇ ਮੂਰਖ ਲੋਕ ਹਨ। ਸਤਿਗੁਰੂ ਕਹਿੰਦੇ ਸਰੀਰ ਨੂੰ ਫੜਨਾ ਦੁੱਖ ਹੈ ਤੇ ਸਰੀਰ ਨੂੰ ਛੱਡਣਾ ਹੀ ਜੀਵਨ ਦਾ ਪਿਆਰਿਓ ਸੁੱਖ ਹੈ। ਸਤਿਗੁਰੂ ਕਹਿੰਦੇ ਅਨੇਕਾਂ ਤਰੀਕਾਂ ਦੇ ਜਿਹੜੇ ਮੂਰਖ ਸੰਸਾਰ ਵਿੱਚ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਪਾਵਨ ਬਚਨਾਂ ਰਾਹੀਂ ਕਿਰਪਾ ਕਰਦੇ ਨੇ ਕਿ ਜਦੋਂ ਤੱਕ ਮਨੁੱਖ ਕਰਮ ਤੇ ਸਾਰੇ ਕਰਦਾ, ਆਪਾਂ ਸਾਰੇ ਕਰਦੇ ਆ, ਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ ਕਰਨੀ, ਸੇਵਾ ਕਰਨੀ, ਪਰ ਮਹਾਰਾਜ ਕਹਿੰਦੇ ਇਹ ਗੱਲ ਚੇਤੇ ਰੱਖਿਓ ਕਿ ਜਦੋਂ ਕਰਮ ਕਰਨ ਵਾਲੇ ਦੀ ਨੀਅਤ ਠੀਕ ਨਹੀਂ ਹੁੰਦੀ, ਸਤਿਗੁਰੂ ਕਹਿੰਦੇ ਉਹ ਕੀਤਾ ਹੋਇਆ ਕਰਮ ਵੀ ਕਰਮ ਕਾਂਡ ਬਣ ਜਾਂਦਾ ਹੈ। ਸਮਝੀ ਨਾ ਗੱਲ, ਕਿ ਕੋਈ ਵੀ ਅਸੀਂ ਕਰਮ ਕੀਤਾ ਤੇ ਉਹਦੇ ਵਿੱਚ ਨੀਅਤ ਠੀਕ ਨਹੀਂ। ਹੁਣ ਜਪਜੀ ਸਾਹਿਬ ਤੇ ਕੀਤਾ ਹੈ, ਪਰ ਇਹ ਕੀਤਾ ਮਹਾਰਾਜ ਮੇਰਾ ਕਾਰੋਬਾਰ ਵੱਧ ਜੇ, ਦੂਜੇ ਦਾ ਠੱਪ ਹੋ ਜੇ, ਮੇਰੇ ਘਰ ਵਿੱਚ ਤੇ ਖੁਸ਼ੀਆਂ ਆ ਜਾਣ, ਗੁਆਂਢੀ ਦੇ ਘਰ ਦੁੱਖ ਆ ਜਾਣ। ਸਤਿਗੁਰੂ ਕਹਿੰਦੇ ਜਦੋਂ ਕੋਈ ਮਨੁੱਖ ਨਾਮ ਜਪਦਾ ਹੈ, ਕੀਰਤਨ ਸੁਣਦਾ ਹੈ, ਕੀਰਤਨ ਕਰਦਾ ਹੈ, ਸੇਵਾ ਕਰਦਾ ਹੈ, ਜਦ ਕਰਮ ਕਰਨ ਵਾਲੇ ਦੀ ਨੀਅਤ ਠੀਕ ਨਹੀਂ ਹੁੰਦੀ, ਉਹ ਕੀਤੀ ਹੋਈ ਸੇਵਾ, ਉਹ ਕੀਤਾ ਹੋਇਆ ਜਪਿਆ ਹੋਇਆ ਕਰਮ ਕਾਂਡ ਬਣ ਜਾਂਦਾ ਗੁਰੂ ਪਿਆਰਿਓ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਕਰਮ ਕਰਨ ਵਾਲੇ ਦੇ ਮਨ ਵਿੱਚ ਸਤਿਗੁਰੂ ਕਹਿੰਦੇ ਭਾਵਨਾ, ਭਾਵ ਕਹਿੰਦੇ ਨੇ ਪ੍ਰੀਤ, ਬਹੁਤ ਚੰਗੇ ਤਰੀਕੇ ਨਾਲ ਉਹ ਕਰਮ ਕਰਦਾ, ਭਾਵਨਾ ਬਣਾ ਕੇ ਪ੍ਰੀਤ ਜੋੜ ਕੇ ਸਤਿਗੁਰ ਦੇ ਨਾਲ ਜੁੜਦਾ, ਕਰਮ ਕਰਦਾ, ਤੇ ਮਹਾਰਾਜ ਕਹਿੰਦੇ ਉਹ ਕੀਤਾ ਹੋਇਆ ਕਰਮ ਵੀ ਧਰਮ ਬਣ ਜਾਂਦਾ ਹੈ। ਆਖੋ ਸਤਨਾਮ। ਕਿ ਜੇ ਮਾੜੀ ਨੀਅਤ ਨਾਲ ਕੀਤਾ ਕਰਮ ਕਾਂਡ ਬਣ ਗਿਆ, ਤੇ ਜੇ ਚੰਗੀ ਨੀਅਤ ਨਾਲ ਕੀਤਾ, ਭਾਵਨਾ ਨਾਲ ਕੀਤਾ, ਪ੍ਰੀਤ ਨਾਲ ਕੀਤਾ, ਤੇ ਮਹਾਰਾਜ ਕਹਿੰਦੇ ਨੇ ਉਹ ਕੀਤਾ ਹੋਇਆ ਕਰਮ ਧਰਮ ਬਣ ਜਾਂਦਾ ਹੈ। ਆਖੋ ਸਤਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਐ ਕਿ ਬਹੁਤ ਜਿਹੜੇ ਲੋਕ ਨੇ ਉੱਚੀ ਅਵਸਥਾ ਤੇ ਤਾਂ ਪਹੁੰਚ ਜਾਂਦੇ, ਪਰ ਮਨ ਵਿੱਚੋਂ ਅਹੰਕਾਰ ਨਹੀਂ ਜਾਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਉਦਾਸੀ ਤੇ ਗਏ ਤੇ ਇੱਕ ਜਗ੍ਹਾ ਮਹਾਰਾਜ ਜੰਗਲ ਵਿੱਚ ਰੁਕੇ। ਗੁਰੂ ਪਿਆਰਿਓ ਜੰਗਲ ਵਿੱਚ ਕਹਿੰਦੇ ਨੇ ਕਿ ਵੈਸ਼ਨਵੀ ਬਹੁਤ ਵੱਡਾ ਭਗਤ ਜਿਹੜਾ ਜੰਗਲ ਵਿੱਚ ਆਪਣੀ ਕੁਟੀਆ ਕੋਲ ਬੈਠਿਆ, ਅੱਗ ਜਿਹੜੀ ਹੈ ਉਹ ਜਲਾਈ ਹੋਈ ਹੈ ਤੇ ਠੰਡ ਬਹੁਤ ਸੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੇ ਮਰਦਾਨਿਆ, ਕਿਉਂਕਿ ਬਾਣੀ ਦੇ ਵਿੱਚ ਪਿਛਲੇ ਸਮਿਆਂ ਵਿੱਚ ਇਹ ਵੇ ਬੜਾ ਯੂਜ ਕਰਦੇ ਸਨ ਸਭ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਵੀ ਆਉਂਦਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸਤਿਗੁਰੂ ਕਹਿੰਦੇ ਵੇ ਮਰਦਾਨਿਆ, ਸਾਨੂੰ ਠੰਡ ਵੀ ਬੜੀ ਲੱਗੀ ਹੈ, ਤੈਨੂੰ ਵੀ ਠੰਡ ਬੜੀ ਲੱਗੀ, ਜੇ ਠੰਡ ਨੂੰ ਦੂਰ ਕਰਨਾ ਚਾਹੁੰਦਾ ਮਰਜ ਕੌਤਕ ਰਚ ਦੇ। ਸਤਿਗੁਰੂ ਕਹਿੰਦੇ ਜਾਓ ਸਾਹਮਣੇ ਵੈਸ਼ਨਵੀ ਭਗਤ ਹੈ, ਉਹਦੇ ਕੋਲ ਅੱਗ ਲਿਆ। ਭਾਈ ਮਰਦਾਨਾ ਜੀ ਜਦੋਂ ਕੋਲ ਗਏ ਤੇ ਗੁਰੂ ਪਿਆਰਿਓ ਨੇ ਜਿੱਥੇ ਅੱਗ ਬਾਲੀ ਹੋਈ ਹੈ ਕੋਲ ਬੈਠਿਆ, ਸਮਾਧੀ ਵਿੱਚ ਲੀਨ ਹੈ। ਕਹਿੰਦੇ ਨੇ ਭਾਈ ਮਰਦਾਨਾ ਜੀ ਕੀ ਦੇਖਦੇ ਆ ਕਿ ਜਿੱਥੇ ਲੱਕੜਾਂ ਬਲਦੀਆਂ ਪਈਆਂ ਇਹ ਵੈਸ਼ਨਵੀ ਭਗਤ ਬੈਠਿਆ। ਕਹਿੰਦੇ ਚਾਰੇ ਚਫੇਰੇ ਇੱਕ ਲੀਕ ਮਾਰੀ ਹੋਈ ਹੈ ਕਿ ਕੋਈ ਅੰਦਰ ਨਾ ਆਵੇ, ਪਰ ਭਾਈ ਮਰਦਾਨਾ ਜੀ ਨੇ ਉਹ ਧਿਆਨ ਨਹੀਂ ਦਿੱਤੀ। ਅੰਦਰੋਂ ਗੁਰੂ ਪਿਆਰਿਓ ਜਾ ਕੇ ਇੱਕ ਲੱਕੜ ਬਲਦੀ ਹੋਈ ਲੱਕੜ ਚੱਕ ਲਈ। ਲੱਕੜ ਜਿਵੇਂ ਚੱਕੀ ਹੈ ਦੀ ਅੱਖ ਖੁੱਲੀ। ਕਹਿੰਦੇ ਉਸੇ ਸਮੇਂ ਇਸ ਵੈਸ਼ਨਵੀ ਭਗਤ ਨੇ ਕਹਿੰਦੇ ਬਲਦੀ ਹੋਈ ਲੱਕੜ ਵਿੱਚੋਂ ਇੱਕ ਲੱਕੜ ਚੱਕ ਲਈ ਤੇ ਭਾਈ ਮਰਦਾਨਾ ਜੀ ਨੂੰ ਪਿੱਛੇ ਭੱਜਣ ਲੱਗਾ, ਮਾਰਨ ਲੱਗਾ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਕੋਲ ਆ ਗਏ ਤੇ ਜਦੋਂ ਆਏ ਗੁਰੂ ਪਿਆਰਿਓ
ਕਹਿੰਦੇ ਨੇ ਪਿੱਛੇ ਪਿੱਛੇ ਵੈਸ਼ਨਵੀ ਭਗਤ ਆ ਗਿਆ, ਤੇ ਜਦੋਂ ਆ ਗਿਆ ਤੇ ਸੱਚੇ ਪਾਤਸ਼ਾਹ ਜੀ ਫਿਰ ਬਚਨ ਕਰਦੇ ਆ, ਵੈਸ਼ਨਵੀ ਭਗਤ ਜੀ ਸਿਮਰਨ ਤੇ ਕਰ ਰਹੇ ਹੋ, ਬਾਹਰ ਦੀ ਅੱਗ ਤੇ ਤਾਪ ਰਹੇ ਹੋ, ਪਰ ਅੰਦਰ ਦੀ ਅੱਗ ਜਿਹੜੀ ਹੈ ਖਤਮ ਨਹੀਂ ਹੋਈ। ਆਖੋ ਸਤਨਾਮ। ਕਹਿੰਦੇ ਹਰ ਇੱਕ ਮਨੁੱਖ ਦੇ ਅੰਦਰ ਇਹ ਜਿਹੜੀ ਵਿਕਾਰਾਂ ਦੀ ਅੱਗ ਹੈ, ਹਉਮੈ ਦੀ ਅੱਗ ਹੈ, ਉਹ ਬਲਦੀ ਪਈ ਹੈ। ਹਰ ਇੱਕ ਮਨੁੱਖ ਮੂੰਹ ਨੂੰ ਅੱਗੇ ਰੱਖ ਕੇ ਗੁਰੂ ਪਿਆਰਿਓ ਭਾਵ ਨਾਮ ਤੇ ਜਪਦਾ, ਪਰ ਅੰਦਰ ਜਿਹੜੇ ਨੇ ਅੱਗ ਦੇ ਵਿਸਿਆਂ ਵਿਕਾਰਾਂ ਦੇ ਭਾਂਬੜ ਮੱਚਦੇ ਆ। ਸਤਿਗੁਰ ਕਹਿੰਦੇ ਵੈਸ਼ਨਵੀ ਜੀ ਤੁਸੀਂ ਵੱਡੇ ਭਗਤ ਜਾਣੇ ਜਾਂਦੇ ਹੋ, ਪਰ ਤੁਹਾਡੇ ਅੰਦਰ ਤੇ ਜਿਹੜੀ ਬਾਹਰ ਅੱਗ ਬਲਦੀ ਉਸ ਤੋਂ ਵੀ ਕਈ ਗੁਣਾ ਅੰਦਰ ਅੱਗ ਬਲਦੀ ਹੈ। ਸੋ ਠੰਡੇ ਹੋ ਗਏ ਭਗਤ ਜੀ। ਕਹਿੰਦੇ ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਮੱਸਿਆ ਦੀ ਰਾਤ ਨੂੰ ਵੱਡਾ ਅੰਧੇਰਾ ਹੁੰਦਾ, ਜਦੋਂ ਮੱਸਿਆ ਦੀ ਰਾਤ ਹੁੰਦੀ ਹੈ ਨਾ ਉਦੋਂ ਬਹੁਤ ਹਨੇਰਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਲੋਕ ਹਨ, ਜਿਵੇਂ ਚਮਕਾਦੜ ਨੂੰ ਰੋਸ਼ਨੀ ਨਾਲ ਕੋਈ ਪਿਆਰ ਨਹੀਂ, ਉੱਲੂ ਨੂੰ ਰੋਸ਼ਨੀ ਨਾਲ ਕੋਈ ਪਿਆਰ ਨਹੀਂ। ਸਤਿਗੁਰੂ ਕਹਿੰਦੇ ਜਿਹੜੇ ਮਨਮੁਖ ਲੋਕ ਹਨ ਉਹਨਾਂ ਨੂੰ ਰੋਸ਼ਨੀ ਨਾਲ ਸ਼ਬਦ ਨਾਲ ਕੋਈ ਪਿਆਰ ਨਹੀਂ। ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਵੀ ਬਚਨ ਕਰਦੇ ਐ, ਸੰਪਦ ਧੋਲ ਝੂਲ ਸੰਗ ਝੂਲਤ ਮਾਇਆ ਮਗਨ ਝੂਲਤ। ਸਤਿਗੁਰੂ ਪਾਵਨ ਬਾਣੀ ਵਿੱਚ ਕਿਰਪਾ ਕਰਦੇ ਐ ਕਿ ਜਿਹੜੇ ਮਨਮੁਖ ਲੋਕ ਹਨ, ਗੁਰੂ ਤੋਂ ਟੁੱਟੇ ਹੋਏ ਹਨ, ਉਹਨਾਂ ਨੂੰ ਸ਼ਬਦ ਨਾਲ ਬਾਣੀ ਨਾਲ ਪਰਮੇਸ਼ਰ ਨਾਲ ਕੋਈ ਪਿਆਰ ਨਹੀਂ। ਉਹਨਾਂ ਨੂੰ ਕੇਵਲ ਤੇ ਕੇਵਲ ਵਿਸੇ ਵਿਕਾਰ ਭੋਗਣੇ, ਝੂਠ ਬੋਲਣਾ ਇਹੀ ਚੰਗਾ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੰਖ ਮੂਰਖ ਅੰਧ ਘੋਰ। ਬਹੁਤ ਜਿਹੜੇ ਨੇ ਉਹ ਮੂਰਖ ਲੋਕ ਜ਼ਬਾਨ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਹੁਤ ਜਿਹੜੀਆਂ ਅਹੰਕਾਰ ਵਿੱਚ ਆ ਕਰਕੇ ਗੱਲਾਂ ਕਰਦੇ ਹਨ। ਇੱਕ ਤੇ ਸਤਿਗੁਰੂ ਕਹਿੰਦੇ ਮੂਰਖ ਕੌਣ ਨੇ? ਗੁਰੂ ਪਿਆਰਿਓ ਇਹ ਬੜੇ ਤਰੀਕੇ ਮਹਾਰਾਜ ਨੇ ਵਰਤੇ ਆ। ਸਤਿਗੁਰੂ ਕਹਿੰਦੇ ਅਸੰਖ ਮੂਰਖ ਅੰਧ ਘੋਰ। ਇੱਕ ਮੂਰਖ ਉਹ ਨੇ ਜਿਹੜੇ ਜ਼ਬਾਨ ਨਾਲ ਜਿਹੜੇ ਨੇ ਬੋਲਦੇ ਨੇ, ਬਹੁਤ ਐਵੇਂ ਬੋਲੀ ਜਾਂਦੇ, ਤੁਸੀਂ ਕਈ ਵਾਰੀ ਦੇਖਿਆ ਹੋਵੇਗਾ। ਇੱਕ ਹਨ ਜਿਹੜੇ ਜ਼ਬਾਨ ਨਾਲ ਬੋਲ ਕਰਕੇ ਮਨ ਵਿੱਚ ਹੰਕਾਰ ਕਰਦੇ ਹਨ। ਇੱਕ ਜਿਹੜੇ ਨੇ ਘੋਰ ਅੰਧਾਰ ਸਰੀਰ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ ਕਿ ਅਨੇਕਾਂ ਜਿਹੜੇ ਨੇ ਘੋਰ ਪਾਪ ਕਰਕੇ ਸਰੀਰ ਕਰਕੇ ਸੰਸਾਰ ਵਿੱਚ ਹਨ। ਬਾਣੀ ਦਾ ਵੀ ਬਚਨ ਆਉਂਦਾ, ਮਨ ਕੇ ਅੰਧੇ ਆਪ ਨਾ ਬੁੱਝੋ ਕਾਹੇ ਬੁਝਾਵੋ ਭਾਈ। ਸਰੀਰ ਕਰਕੇ ਤਾਂ ਸਭ ਕੁਝ ਜਾਣ ਲਿਆ, ਪਰ ਮਨ ਕਰਕੇ ਅਜੇ ਕੁਝ ਜਾਣਿਆ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਕਈ ਵਾਰੀ ਮਨੁੱਖ ਨਾ ਮਨ ਕਰਕੇ ਬੜਾ ਗਿਆਨਵਾਨ ਬਣਦਾ। ਇੱਕ ਆਪ ਜੀ ਨੂੰ ਉਦਾਹਰਨ ਦੇ ਤੌਰ ਤੇ ਕਹਿ ਦਵਾਂ, ਮਨੁੱਖ ਬੜਾ ਆਪਣੇ ਮਨ ਵਿੱਚ ਤਰਾਈਆਂ ਕਰਦਾ। ਇੱਕ ਪਿਤਾ ਜੀ ਦੇ 2 ਬੱਚੇ ਤੇ ਗੁਰੂ ਪਿਆਰਿਓ ਕੋਈ ਪਰਿਵਾਰ ਵਿੱਚ ਚੜ੍ਹਾਈ ਕਰ ਗਿਆ। ਸਾਨੂੰ ਚਤਰਾਈ ਨਹੀਂ ਕੋਈ ਕਰਨੀ ਚਾਹੀਦੀ। ਕਈ ਵਾਰੀ ਮਨੁੱਖ ਮਨ ਕਰਕੇ, ਮੂਰਖ ਜਿਹੜੇ ਲੋਕ ਹਨ ਉਹ ਮਨ ਕਰਕੇ ਗੁਰੂ ਪਿਆਰਿਓ ਬੜੀ ਮੂਰਖਤਾਈ ਘੋਲਦੇ ਹਨ। ਇੱਕ ਪਿਤਾ ਜੀ ਦੇ 2 ਬੱਚੇ ਤੇ ਕਿਸੇ ਉਹਨਾਂ ਦੇ ਪਰਿਵਾਰ ਵਿੱਚ ਕੋਈ ਚੜ੍ਹਾਈ ਕਰ ਗਿਆ, ਤੇ ਜਦੋਂ ਚੜ੍ਹਾਈ ਕਰ ਗਿਆ ਤੇ ਪਿਤਾ ਨੇ ਆਪਣੇ ਵੱਡੇ ਪੁੱਤਰ ਨੂੰ ਕਿਹਾ, ਪੁੱਤਰ ਤੂੰ ਜਾ ਕੇ ਆ ਤੇ ਸ਼ਰਧਾਂਜਲੀ ਦੇ ਕੇ ਆ, ਉੱਥੇ ਮਰੇ ਹੋਏ ਪਰਿਵਾਰ ਵਿੱਚ ਕੋਈ ਚੜ੍ਹਾਈ ਕਰ ਗਿਆ, ਤੂੰ ਚਲੇ ਜਾ। ਪਰ ਇਹ ਗੱਲ ਕੀਤੀ ਹੈ ਕਿ ਤੂੰ ਉੱਥੇ ਜਾ ਕੇ ਕੁਝ ਬੋਲੀ ਨਾ, ਬੈਠਾ ਰਹੀ। ਵੱਡਾ ਪੁੱਤਰ ਗਿਆ, ਉੱਥੇ ਗੁਰੂ ਪਿਆਰਿਓ ਕੀਰਤਨ ਹੋ ਰਿਹਾ, ਜੋ ਸੰਸਕਾਰ ਸਨ ਹੋ ਰਹੇ ਸਨ। ਵੱਡਾ ਪੁੱਤਰ ਕੁਝ ਬੋਲਿਆ ਨਾ, ਵਾਪਸ ਆ ਗਿਆ। ਤੇ ਪਿਤਾ ਨੇ ਪੁੱਛਿਆ ਕੋਈ ਬੋਲਿਆ ਨਹੀਂ? ਕਹਿੰਦੇ ਨਹੀਂ। ਕਹਿੰਦੇ ਮੈਂ ਇਹ ਨਹੀਂ ਕਿਹਾ ਸੀ, ਮੈਂ ਕਿਹਾ ਸੀ ਕਿ ਤੂੰ ਉਹਨਾਂ ਦੇ ਬਾਰੇ ਬੋਲਣਾ ਸੀ ਕਿ ਮਾੜਾ ਹੋਇਆ ਜਿਹੜਾ ਸੰਸਾਰ ਤੋਂ ਚਲੇ ਗਏ, ਇਸ ਤਰ੍ਹਾਂ ਕੁਝ ਗੱਲਾਂ ਕਰਨੀਆਂ ਸਨ। ਪਰ ਕਹਿੰਦਾ ਪਿਤਾ ਤੁਸੀਂ ਤੇ ਕਿਹਾ ਸੀ ਬੋਲਣਾ ਨਹੀਂ। ਕਹਿੰਦੇ ਚਲੋ ਕੋਈ ਗੱਲ ਨਹੀਂ, ਛੋਟੇ ਨੂੰ ਭੇਜਿਆ, ਤੂੰ ਜਾ। ਕਹਿੰਦੇ ਜੋ ਉੱਥੇ ਗੱਲਾਂ ਹੁੰਦੀਆਂ ਹੋਣਗੀਆਂ ਨਾ ਉਹੀ ਕਰੀ, ਹੋਰ ਕੋਈ ਗੱਲ ਨਾ ਕਰੀ। ਹੁਣ ਜਿਵੇਂ ਕੋਈ ਚੜ੍ਹਾਈ ਕਰ ਜਾਂਦਾ ਤੇ ਇਹੀ ਆ ਕੇ ਕਹਿੰਦੇ ਆ ਨਾ ਕਿ ਮਾੜਾ ਹੋਇਆ, ਛੋਟੀ ਉਮਰੇ ਹੀ ਚਲਾ ਗਿਆ। ਪਿਤਾ ਕਹਿੰਦਾ ਹੁਣ ਛੋਟੇ ਪੁੱਤਰ ਨੂੰ, ਪੁੱਤ ਤੂੰ ਜਾ ਤੇ ਇੱਕ ਗੱਲ ਧਿਆਨ ਰੱਖੀ, ਵੱਡਾ ਤੇ ਕੁਝ ਬੋਲਿਆ ਨਹੀਂ ਪਰ ਤੂੰ ਬੋਲ ਕੇ ਆਈ। ਉੱਥੇ ਜਾ ਕੇ ਜੇ ਜਿਵੇਂ ਦੀਆਂ ਗੱਲਾਂ ਹੁੰਦੀਆਂ ਨੇ ਨਾ ਉਹੀ ਗੱਲਾਂ ਹੁੰਦੀਆਂ ਕਿ ਮਾੜਾ ਹੋਇਆ, ਜਵਾਨੀ ਵਿੱਚ ਹੀ ਚਲੇ ਗਿਆ। ਤੂੰ ਜਾ ਕੇ ਜਿਵੇਂ ਉੱਥੇ ਬੋਲਦੇ ਹੋਣਗੇ ਉਵੇਂ ਬੋਲੀ। ਕਹਿੰਦੇ ਠੀਕ ਹੈ ਪਿਤਾ ਜੀ, ਚਲੇ ਗਿਆ। ਪਰ ਘਰ ਜਾਣ ਤੋਂ ਪਹਿਲਾਂ ਗੁਰੂ ਪਿਆਰਿਓ ਨਗਰ ਖੇੜੇ ਦੇ ਬਾਹਰ ਕੁਝ ਨਗਰ ਦੇ ਲੋਕ ਖੜੇ ਸਨ ਜੋ ਉਸ ਪਰਿਵਾਰ ਦੇ ਨਿੰਦਕ ਸਨ।
ਉਹ ਖੜੇ ਸੀ, ਉਹ ਗੱਲਾਂ ਕਰਦੇ ਸੀ, ਚੰਗਾ ਹੋ ਗਿਆ, ਮਾੜਾ ਚੰਗਾ ਹੋਇਆ ਜਿਹੜਾ ਚਲੇ ਗਿਆ, ਲੋਕਾਂ ਨੂੰ ਸਤਾਉਂਦਾ ਹੀ ਸੀ, ਮਾੜੇ ਕਰਮ ਕਰਦਾ ਸੀ, ਚੰਗਾ ਰਿਹਾ ਛੇਤੀ ਚਲੇ ਗਿਆ। ਹੁਣ ਉਹ ਜਿਹੜਾ ਛੋਟਾ ਪੁੱਤਰ ਸੀ ਗੱਲ ਸੁਣ ਲਈ ਕਿ ਜੋ ਲੋਕੀ ਕਹਿਣਗੇ ਤੂੰ ਵੀ ਕਹਿ ਦੀ ਜਾ ਕੇ। ਹੁਣ ਗੱਲ ਸੁਣ ਲਈ ਨਗਰ ਦੇ ਬੰਦਿਆਂ ਕੋਲ, ਉਹ ਤੇ ਨਿੰਦਕ ਸੀ ਉਸ ਘਰ ਦੇ, ਤੇ ਜਾ ਕੇ ਗੁਰੂ ਪਿਆਰੇ ਉੱਥੇ ਚਲਾ ਗਿਆ। ਜਾਂਦਿਆਂ ਸਾਰੀ ਕਹਿੰਦਾ ਚੰਗਾ ਹੋਇਆ ਜੋ ਕੁਝ ਹੋਇਆ, ਬੜਾ ਲੋਕਾਂ ਨੂੰ ਸਤਾਉਂਦਾ ਸੀ ਤੇ ਇਹ ਚੰਗਾ ਹੀ ਹੋਇਆ ਜਿਹੜਾ ਟਾਈਮ ਨਾਲ ਹੀ ਚਲਾ ਗਿਆ। ਲੋਕਾਂ ਨੇ ਬੜਾ ਕੁੱਟਿਆ, ਇਹ ਵਾਪਸ ਆ ਗਿਆ। ਕਈ ਵਾਰੀ ਨਾ ਮਨੁੱਖ ਆਪਣੀ ਚਤਰਾਈ ਬੜੀ ਕਰਦਾ। ਹੁਣ ਪਿਤਾ ਕਹਿੰਦਾ ਹੁਣ ਮੈਂ ਜਾਵਾਂਗਾ, ਪਹਿਲਾਂ ਬੋਲਿਆ ਨਹੀਂ, ਦੂਜਾ ਬੋਲਿਆ ਤੇ ਬੋਲ ਆਇਆ, ਹੁਣ ਮੈਂ ਜਾਵਾਂਗਾ। ਕਹਿੰਦੇ ਜਦੋਂ ਗਿਆ ਕਿਸੇ ਦੇ ਮਰਗ ਤੇ ਖੜਾ ਹੋ ਕੇ ਬੋਲਦਾ, ਕਹਿੰਦੇ ਪਿਛਲੀ ਵਾਰੀ ਪੁੱਤਰ ਆਏ ਸੀ ਬੋਲਿਆ ਨਹੀਂ, ਵੱਡਾ ਆਇਆ ਤੇ ਉਹ ਗਲਤ ਬੋਲ ਕੇ ਚਲਾ ਗਿਆ, ਪਰ ਮੈਂ ਹੁਣ ਅਗਲੀ ਵਾਰੀ ਜਦੋਂ ਮਰੇਗਾ ਤੇ ਮੈਂ ਆਵਾਂਗਾ, ਮੈਂ ਬੋਲਾਂਗਾ। ਆਖੋ ਸਤਨਾਮ। ਇਹ ਸਾਧ ਸੰਗਤ ਜੀ ਸਾਡੇ ਮਨ ਦੀ ਇਹ ਗੱਲ ਹੋ ਗਈ ਕਿ ਅਸੀਂ ਮਨ ਮੁਖ ਵਿੱਚ ਮਰ ਕਹਿੰਦੇ ਅਸੰਖ ਮੂਰਖ, ਬਹੁਤ ਜਿਹੜੇ ਸੰਸਾਰ ਦੇ ਲੋਕ ਨੇ ਉਹ ਮੂਰਖਤਾਈ ਮਨ ਕਰਕੇ, ਸਰੀਰ ਕਰਕੇ ਅੰਧਕੋਰ ਸਰੀਰ ਕਰਕੇ ਕਮਾ ਕੇ ਸੰਸਾਰ ਤੋਂ ਚਲੇ ਜਾਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਪਾਵਨ ਬਾਣੀ ਦਾ ਬਚਨ ਹੈ, ਅਸੰਖ ਚੋਰ ਹਰਾਮ ਖੋਰ। ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਬਚਨ ਵਿੱਚ ਕਰਦੇ ਨੇ ਕਿ ਦੋ ਤਰੀਕੇ ਦੇ ਚੋਰ ਨੇ। ਅਸੀਂ ਤੇ ਇੱਕੋ ਹੀ ਚੋਰ ਮੰਨਦੇ ਆ ਨਾ ਕਿ ਜਿਹੜਾ ਕਿਸੇ ਦੀ ਪੈਸੇ ਚੁਰਾ ਲੇ, ਕਿਸੇ ਦਾ ਪਦਾਰਥ ਚੁਰਾ ਲੇ, ਉਹੀ ਚੋਰ ਹੈ। ਤੇ ਸਤਿਗੁਰੂ ਕਹਿੰਦੇ ਬਾਣੀ ਵਿੱਚ ਕਿ ਦੋ ਤਰੀਕੇ ਦੇ ਜਿਹੜੇ ਸੰਸਾਰ ਦੇ ਚੋਰ ਨੇ। ਇੱਕ ਤੇ ਚੋਰ ਹੈ ਧਨ ਦੇ ਪਦਾਰਥਾਂ ਦੇ, ਦੂਜਾ ਚੋਰ ਹੈ ਮਨ ਦਾ ਚੋਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਦਾ ਚੋਰ ਕੌਣ ਹੈ ਕਿ ਪਤਾ ਸਭ ਕੁਝ ਹੈ ਕਿ ਸੰਸਾਰ ਤੇ ਜੋ ਕਰੇਗਾ ਉਹ ਭੋਗਣਾ ਪਵੇਗਾ, ਪਰ ਮਨ ਨਹੀਂ ਮੰਨਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਕਿਰਪਾ ਕਰਦੇ ਆ। ਜਦੋਂ ਬਾਣੀ ਪੜ੍ਹਦੇ ਆ ਤੇ ਬਾਣੀ ਵਿੱਚ ਜ਼ਿਕਰ ਆਉਂਦਾ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ। ਕਹਿੰਦੇ ਪ੍ਰਗਟ ਪਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਮਨੁੱਖ ਪਾਪ ਤਾਂ ਕਰਦਾ ਹੈ। ਹੁਣ ਇੱਕ ਪਾਪ ਹੁੰਦਾ ਹੈ ਕਿ ਕੋਈ ਦੇਖ ਲੇ, ਪਰ ਕੁਝ ਪਾਪ ਮਨੁੱਖ ਦੇ ਐਸੇ ਹੁੰਦੇ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ। ਉਹ ਮਨ ਦਾ ਚੋਰ ਹੋ ਗਿਆ ਕਿ ਕਿਸੇ ਨੂੰ ਦੱਸਦਾ ਹੀ ਨਹੀਂ। ਬਹੁਤ ਤਦਾਦ ਵਿੱਚ ਮਨੁੱਖ ਕੋਸ਼ਿਸ਼ ਇਹੀ ਕਰਦਾ ਹੈ ਕਿ ਮੇਰੇ ਪਾਪਾਂ ਦੇ ਬਾਰੇ ਕਿਸੇ ਨੂੰ ਪਤਾ ਹੀ ਨਾ ਲੱਗੇ, ਤੇ ਕੋਈ ਸਾਹਮਣੇ ਆ ਗਿਆ ਫਿਰ ਆ ਗਿਆ, ਵੱਖਰੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਬੀਰ ਸਾਹਿਬ ਕਹਿੰਦੇ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਭੁਲਾ ਕਰਕੇ, ਸਰੀਰਕ ਮੋਹ ਕਰਕੇ ਮਹਾਰਾਜ ਕਹਿੰਦੇ ਪਾਪ ਕਰਦਾ ਤੇ ਮਨ ਵਿੱਚ ਭਰਮ ਰੱਖਦਾ, ਚੋਰ ਰੱਖਦਾ, ਕਿਸੇ ਨੂੰ ਦੱਸਦਾ ਨਹੀਂ। ਪਰ ਭੁਲੇਖਾ ਬੜਾ ਵੱਡਾ ਹੈ। ਕਬੀਰ ਸਾਹਿਬ ਜੀ ਬਚਨ ਕਰਦੇ ਆ, ਕਹਿੰਦੇ ਪ੍ਰਗਟ ਪਏ ਨਿਦਾਨ ਸਭ। ਕਹਿੰਦੇ ਚੋਰ ਰੱਖਦਾ, ਦੱਸਦਾ ਨਹੀਂ ਕਿਸੇ ਨੂੰ, ਪਰ ਕਹਿੰਦੇ ਜਦੋਂ ਧਰਮ ਰਾਜੇ ਦੀ ਕਚਹਿਰੀ ਵਿੱਚ ਜਾਂਦਾ ਕਹਿੰਦੇ ਨੇ ਪ੍ਰਗਟ ਪਏ। ਪ੍ਰਗਟ ਕਹਿੰਦੇ ਨੇ ਸਾਰੇ ਜਿਹੜੇ ਪਾਜ ਉਗੜ ਜਾਣੇ, ਜਿਹੜੇ ਮਨ ਵਿੱਚ ਚੋਰ ਸੀ ਸਾਹਮਣੇ ਆ ਜਾਣੇ। ਕਹਿੰਦੇ ਪ੍ਰਗਟ ਪਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਕਹਿੰਦੇ ਜਦੋਂ ਧਰਮ ਰਾਜਾ ਪੁੱਛਦਾ ਸਾਰੇ ਜਿਹੜੇ ਕੀਤੇ ਹੋਏ ਪਾਪ ਮਨ ਵਿੱਚ ਸਨ ਕਹਿੰਦੇ ਸਾਰੇ ਸਾਹਮਣੇ ਆ ਜਾਂਦੇ ਆ। ਆਖੋ ਸਤਨਾਮ। ਕਹਿੰਦੇ ਨੇ ਇੱਕ ਤਾਂ ਇੱਕ ਕਰਕੇ ਤਾਂ ਗੁਰੂ ਪਿਆਰੇ ਉਹ ਹੈ ਜਿਹੜਾ ਧਨ ਦੀ ਚੋਰੀ ਕਰ ਲੇ, ਪਦਾਰਥ ਚੋਰੀ ਕਰ ਲੇ, ਉਹ ਚੋਰ ਮੰਨਿਆ ਜਾਂਦਾ। ਉਹਦੇ ਬਾਬਤ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਰਦੇ ਆ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਮਨੁੱਖ ਜੇ ਸੰਸਾਰ ਵਿੱਚ ਚੋਰੀ ਕਰਦਾ ਤੇ ਉਹਦੀ ਜਾਮਣੀ ਕੋਈ ਨਹੀਂ ਦਿੰਦਾ। ਜਾਮਣੀ ਕਹਿੰਦੇ ਜਿਵੇਂ ਜ਼ਮਾਨਤ ਨੂੰ, ਕਿ ਜ਼ਮਾਨਤ ਕੋਈ ਨਹੀਂ ਦਿੰਦਾ, ਪਤਾ ਕੱਲ ਫਿਰ ਚੋਰੀ ਕਰ ਲੇਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਜਿਹਦੀ ਜਾਮਣੀ ਸੰਸਾਰ ਵਿੱਚ ਕੋਈ ਨਹੀਂ ਦਿੰਦਾ, ਨਿਰੰਕਾਰ ਦੇ ਦੇਸ਼ ਵਿੱਚ ਕੌਣ ਦਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇੱਕ ਚੋਰ ਉਹ ਹੈ, ਸਤਿਗੁਰੂ ਕਹਿੰਦੇ ਜਿਹੜਾ ਨਾਮ ਨਹੀਂ ਲੈਂਦਾ। ਹੁਣ ਮਨੁੱਖ ਕਹੇਗਾ ਮੈਂ ਤੇ ਚੋਰ ਹੀ ਨਹੀਂ, ਮੈਂ ਤੇ ਕੋਈ ਪਾਪ ਨਹੀਂ ਕੀਤੇ, ਨਾ ਕਿਸੇ ਕੋਲ ਲੁਕਾਏ। ਇੱਕ ਤੇ ਇਹ ਗੱਲ ਹੋ ਗਈ ਕਿ ਮਨੁੱਖ ਕਹੇਗਾ ਮੈਂ ਪਾਪ ਨਹੀਂ ਕੀਤੇ, ਲੁਕਾਏ ਨਹੀਂ, ਤੇ ਮੈਂ ਚੋਰ ਨਹੀਂ। ਦੂਜੀ ਗੱਲ ਕਹੇਗਾ ਮੈਂ ਕਿਸੇ ਦਾ ਕੋਈ ਪਦਾਰਥ ਨਹੀਂ ਚੁਰਾਇਆ। ਪਰ ਮਹਾਰਾਜ ਕਹਿੰਦੇ ਤੀਜਾ ਚੋਰ ਕੌਣ ਹੈ? ਜਿਹੜਾ ਨਾਮ ਨਹੀਂ ਲੈਂਦਾ। ਆਖੋ ਸਤਨਾਮ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੀਜਾ ਚੋਰ ਭਾਈ ਉਹ ਹੈ, ਪਾਵਨ ਬਾਣੀ ਦਾ ਬਚਨ ਆਉਂਦਾ, ਤੇ ਤਸਕਰ ਜੋ ਨਾਮ ਨਾ ਲੇਵੇ ਵਾਸੈ ਕੋਟ 85। ਕਹਿੰਦੇ ਜਿਹੜੇ ਪ੍ਰਮਾਤਮਾ ਦੇ ਗੁਣਾਂ ਦੀ ਵਡਿਆਈ ਨਹੀਂ ਕਰਦੇ ਉਹ ਭਾਈ ਵੱਡੇ ਚੋਰ ਨੇ। ਦੇਖੋ ਕਿੰਨਾ ਕੁ ਜ਼ਰੂਰੀ ਹੈ ਨਾਮ ਜਪਣਾ, ਵਡਿਆਈ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ
ਤੇ ਤਸਕਰ ਜੋ ਨਾਮ ਨਾ ਲੇਵੈ। ਜਿਹੜੇ ਮਨੁੱਖ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ ਤਿੰਨਾਂ ਗੁਣਾਂ ਦੇ ਚੋਰ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਜਮ ਰਾਜੇ ਕੋਲ ਕੁੱਟ ਖਾਂਦੇ ਨੇ, ਬਹੁਤ ਜਿਹੜੀ ਇਹ ਸਜ਼ਾ ਉਹ ਭੋਗਦੇ ਹਨ। ਧਰਤੀ ਦਾ ਇੱਕ ਹਿੱਸਾ ਗੁਰੂ ਪਿਆਰਿਓ ਤਾਂਬੇ ਦਾ ਮੰਨਿਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਜਿਹੜੇ ਜੀਵ ਹਨ ਉਸ ਤਾਂਬੇ ਦੀ ਧਰਤੀ ਤੇ ਰਹਿ ਕੇ ਜੀਵਨ ਬਤੀਤ ਕਰਦੇ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੌੜੀ ਵਿੱਚ ਕਿਰਪਾ ਕਰਦੇ, ਅਸੰਖ ਚੋਰ ਹਰਾਮਖੋਰ ਬਹੁਤ ਜਿਹੜੇ ਨੇ ਗੁਰੂ ਪਿਆਰਿਓ, ਮੌਕਾ ਨਹੀਂ ਲੱਭਦਾ ਨਹੀਂ ਤੇ ਉਹ ਵੀ ਕਿਸੇ ਪਾਸੋਂ ਘੱਟ ਨਹੀਂ। ਕਈ ਮਨੁੱਖ ਕੀ ਕਰਦੇ ਆ, ਬੋਲਦੇ ਅਸੀਂ ਚੋਰ ਨਹੀਂ, ਮਾੜਾ ਨਹੀਂ, ਪਰ ਬਾਣੀ ਕਹਿੰਦੀ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ। ਬਹੁਤ ਘੱਟ ਹੁੰਦੇ ਆ ਜਿਹੜਾ ਮੌਕਾ ਮਿਲਣ ਤੋਂ ਵੀ ਇਹ ਕਰਮ ਨਹੀਂ ਕਰਦੇ। ਸਤਿਗੁਰ ਤੋਂ ਬਲਿਹਾਰ ਜਾਈਏ। ਮਰ ਕਹਿੰਦੇ ਅਸੰਖ ਅਮਰ ਕਰ ਜਾਹੇ ਜੋਰ। ਸਤਿਗੁਰ ਕਹਿੰਦੇ ਬਹੁਤ ਜਿਹੜੇ ਸੰਸਾਰ ਦੇ ਲੋਕ ਨੇ ਉਹ ਇੱਕ ਦੂਜੇ ਦੇ ਹੁਕਮ ਉੱਪਰ ਹੁਕਮ ਚਲਾਉਂਦੇ ਹਨ। ਭਾਵ ਹਰ ਇੱਕ ਸੰਸਾਰ ਦੇ ਲੋਕਾਂ ਨੂੰ ਆਪਣੇ ਹੁਕਮ ਵਿੱਚ ਰੱਖਣਾ ਚਾਹੁੰਦੇ ਨੇ। ਸਾਰੀ ਦੁਨੀਆ, ਜਿਵੇਂ ਪਾਵਨ ਬਾਣੀ ਦਾ ਬਚਨ ਹੈ, ਕੋਈ ਮਨੁੱਖ ਮਨ ਵਿੱਚ ਇਹ ਵਿਚਾਰ ਕਰਦਾ ਕਿ ਸਾਰੀ ਦੁਨੀਆ ਮੇਰੇ ਵੱਸ ਵਿੱਚ ਹੋਵੇ, ਸਾਰੀ ਦੁਨੀਆ ਮੇਰੇ ਹੁਕਮ ਵਿੱਚ ਚੱਲੇ, ਪਰ ਜੇ ਨਹੀਂ ਚੱਲਦੀ ਫਿਰ ਮਨ ਵਿੱਚ ਆਉਂਦਾ ਸਾਰਾ ਦੇਸ਼ ਹੀ ਚੱਲੇ ਮੇਰੇ ਹੁਕਮ ਵਿੱਚ। ਜੇ ਦੇਸ਼ ਨਹੀਂ ਚੱਲਦਾ ਫਿਰ ਮਨ ਵਿੱਚ ਕਰਦਾ ਜੇ ਸਮਰੱਥਾ ਨਹੀਂ ਬਣਦੀ ਫਿਰ ਜਿਹੜੀ ਸਟੇਟ ਹੈ ਉਹ ਹੀ ਮੇਰੇ ਹੁਕਮ ਵਿੱਚ ਚੱਲੇ। ਪਰ ਮਹਾਰਾਜ ਕਹਿੰਦੇ ਜੇ ਸਟੇਟ ਵੀ ਹੁਕਮ ਵਿੱਚ ਨਹੀਂ ਚੱਲਦੀ ਤੇ ਫਿਰ ਮਨ ਵਿੱਚ ਆਉਂਦਾ ਕਿ ਜਿਹੜਾ ਮੇਰਾ ਸ਼ਹਿਰ ਹੈ ਨਾ ਉਹ ਹੁਕਮ ਵਿੱਚ ਚੱਲੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਹੁਕਮ ਵਿੱਚ ਨਹੀਂ ਚੱਲਦਾ ਫਿਰ ਮੇਰਾ ਨਗਰ, ਮੇਰਾ ਪਰਿਵਾਰ ਹੁਕਮ ਵਿੱਚ ਚੱਲੇ। ਕੋਸ਼ਿਸ਼ ਬੜੀ ਕਰਦਾ। ਸਤਿਗੁਰੂ ਕਹਿੰਦੇ ਇਸ ਤਰੀਕੇ ਦੇ ਨਾਲ ਅਮਰ ਕਰ ਜਾਹੇ ਜੋਰ, ਦੂਜਿਆਂ ਉੱਤੇ ਹੁਕਮ ਕਰਕੇ, ਵਧਰੀਕਿਆਂ ਕਰਕੇ ਉਹ ਸੰਸਾਰ ਤੋਂ ਚਲੇ ਜਾਂਦੇ ਹਨ। ਅਸੰਖ ਗਲ ਵਡ ਹਤਿਆ ਕਮਾਹੇ। ਅਸੰਖ ਜਿਹੜੇ ਸੰਸਾਰ ਦੇ ਲੋਕ ਨੇ ਉਹ ਗੁਰੂ ਪਿਆਰਿਓ ਦੂਜੇ ਦੀ ਹੱਤਿਆ ਕਰਕੇ, ਪਾਪ ਕਮਾ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ। ਇੱਕ ਬੀਜ ਬੀਜਦੇ ਅਨੇਕਾਂ ਬੀਜ ਉਗਦੇ ਆ। ਸਤਿਗੁਰੂ ਕਹਿੰਦੇ ਜਿਵੇਂ ਕੋਈ ਮਨੁੱਖ ਇੱਕ ਵਾਰੀ ਝੂਠ ਬੋਲਦਾ ਆ, ਤੁਸੀਂ ਦੇਖਿਆ ਇੱਕ ਵਾਰੀ ਝੂਠ ਬੋਲਿਆ ਕਈ ਵਾਰੀ ਫਿਰ ਬੜੀ ਵਾਰੀ ਬੋਲਣਾ ਪੈਂਦਾ। ਉਸ ਝੂਠ ਨੂੰ ਛੁਪਾਉਣ ਖਾਤਰ ਫਿਰ ਮਨੁੱਖ ਬੜੀ ਵਾਰੀ ਝੂਠ ਬੋਲਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤਰੀਕਾ ਭਾਈ ਕਬੀਰ ਸਾਹਿਬ ਦਾ ਬਚਨ, ਬਾਬਾ ਫਰੀਦ ਸਾਹਿਬ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਕਿ ਸਦਾ ਹੀ ਭਾਈ ਸੱਚ ਬੋਲਣਾ। ਅਸੰਖ ਕੂੜਿਆਰ ਕੂੜੇ ਫਿਰਾਹੇ। ਮਹਾਰਾਜ ਕਹਿੰਦੇ ਅਸੰਖ ਜਿਹੜੇ ਲੋਕ ਝੂਠ ਬੋਲਣ ਵਾਲੇ ਹਨ ਕਿ ਸਦਾ ਹੀ ਝੂਠ ਬੋਲਣ ਵਿੱਚ ਰੁੱਝੇ ਹੋਏ ਹਨ। ਅਸੰਖ ਮਲੇਸ਼ ਮਲ ਪਖ ਖਾਹੇ। ਮਹਾਰਾਜ ਕਹਿੰਦੇ ਅਸੰਖ ਮਲੇਸ਼ ਜਿਹੜੇ ਹਨ ਉਹ ਭਾਵ ਦੂਸਰਿਆਂ ਦੀ ਮੈਲ ਜਿਹੜੀ ਹੈ ਨਿੰਦਿਆ ਕਰਕੇ। ਅਗਲੀ ਪੰਕਤੀ ਵਿੱਚ ਮਹਾਰਾਜ ਜ਼ਿਕਰ ਕਰਦੇ ਆ ਅਸੰਖ ਨਿੰਦਕ ਸਿਰ ਕਰੇ ਭਾਰ। ਅਨਿੰਦਿਆ ਕਰਨੀ ਕਿੱਡੀ ਮਾੜੀ ਹੈ ਗੁਰੂ ਪਿਆਰਿਓ। ਕਬੀਰ ਸਾਹਿਬ ਜੀ ਆਪਣੇ ਨਗਰ ਵਿੱਚ ਜਿੱਥੇ ਰਹਿੰਦੇ ਸਨ, ਕਹਿੰਦੇ ਉੱਥੇ ਇੱਕ ਨਗਰ ਦਾ ਜਿਹੜਾ ਮਨੁੱਖ ਹੈ ਉਹ ਨਿੰਦਿਆ ਕਰਦਾ ਸੀ। ਅੱਜ ਤਾਂ ਸਾਡੀ ਕੋਈ ਨਿੰਦਿਆ ਕਰੇ ਨਾ ਉਹਨੂੰ ਅਸੀਂ ਮਾਰਨ ਤੱਕ ਜਾਂਦੇ ਹਾਂ, ਤੂੰ ਕੌਣ ਹੈ ਸਾਨੂੰ ਮਾੜਾ ਕਹਿਣ ਵਾਲਾ। ਪਰ ਬਾਣੀ ਜਦੋਂ ਪੜ੍ਹਦੇ ਹਾਂ, ਬਾਣੀ ਵਿੱਚ ਮਹਾਂਪੁਰਸ਼ਾਂ ਨੇ ਬਚਨ ਕੀਤਾ ਹੈ, ਭਗਤ ਸਾਹਿਬਾਨਾਂ ਨੇ ਬਚਨ ਕੀਤਾ, ਜਿਹੜਾ ਭਾਈ ਸਾਡੀ ਨਿੰਦਿਆ ਕਰਦਾ ਨਾ ਉਹ ਸਾਡਾ ਮਾਤਾ ਪਿਤਾ ਹੈ, ਉਹ ਸਾਡਾ ਭਰਾ ਹੈ, ਉਹ ਸਾਡੀ ਭੈਣ ਹੈ, ਉਹ ਸਾਡਾ ਪਰਿਵਾਰ ਹੈ। ਉਹ ਕਿਉਂ ਮਹਾਰਾਜ ਜ਼ਿਕਰ ਕਰਦੇ ਆ, ਬਚਨ ਕਰਦੇ ਨੇ ਭਗਤ ਕਬੀਰ ਸਾਹਿਬ ਜੀ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਸਤਿਗੁਰੂ ਸੱਚੇ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਨਗਰ ਵਿੱਚ ਰਹਿੰਦਾ, ਕਹਿੰਦੇ ਇੱਕ ਮਨੁੱਖ ਉਹਨਾਂ ਦੀ ਨਿੰਦਿਆ ਕਰਦਾ ਸੀ। ਉਹਨੇ ਰੋਜ਼ਾਨਾ ਨਿੰਦਿਆ ਕਰਨੀ, ਪਰ ਇੱਕ ਦਿਨ ਭਗਤ ਕਬੀਰ ਸਾਹਿਬ ਦਰਵਾਜ਼ੇ ਤੇ ਖੜੇ ਤੇ ਇਹ ਨਿੰਦਿਆ ਕਰਨ ਵਾਲਾ ਸਾਹਮਣੇ ਆ ਗਿਆ। ਬੜਾ ਪਿਆਰ ਨਾਲ ਬੁਲਾਇਆ, ਘਰ ਬਿਠਾ ਲਿਆ, ਪ੍ਰਸ਼ਾਦਾ ਛਕਾਇਆ, ਮਾਇਆ ਵੀ ਦਿੱਤੀ ਤੇ ਕਿਹਾ ਕਿ ਗੁਰਮੁਖਾ ਕੱਲ ਤੋਂ ਰੋਜ਼ ਆ ਜਾ ਕਰ। ਇਹ ਬੜਾ ਹੈਰਾਨ ਹੋਇਆ ਕਿ ਭਗਤ ਕਬੀਰ ਸਾਹਿਬ ਨੂੰ ਮੇਰੇ ਬਾਰੇ ਪਤਾ ਹੀ ਕੋਈ ਨਹੀਂ, ਕਿ ਮੈਂ ਤੇ ਇਹਨਾਂ ਦੀ ਨਿੰਦਿਆ ਕਰਦਾ, ਇਹਨਾਂ ਨੂੰ ਤਾਂ ਮੇਰੇ ਬਾਰੇ ਪਤਾ ਹੀ ਕੋਈ ਨਹੀਂ। ਰੋਜ਼ਾਨਾ ਸਵੇਰੇ ਉੱਠੇ ਤੇ ਨਿੰਦਿਆ ਸ਼ੁਰੂ ਕਰ ਦੇ, ਸਵੇਰੇ ਉੱਠ ਕੇ ਨਿੰਦਿਆ ਕਰਨ ਲੱਗੇ, ਸਾਰਾ ਦਿਨ ਭਗਤ ਕਬੀਰ ਸਾਹਿਬ ਦੀ ਨਿੰਦਿਆ ਕਰੇ ਤੇ ਗੁਰੂ ਪਿਆਰਿਓ ਸ਼ਾਮ ਦੇ ਸਮੇਂ ਭਗਤ ਕਬੀਰ ਸਾਹਿਬ ਦੇ ਘਰ ਆ ਜੇ। ਕਬੀਰ ਸਾਹਿਬ ਪ੍ਰਸ਼ਾਦਾ ਵੀ ਵਧੀਆ ਵੰਨ ਸੁਵੰਨੇ ਪ੍ਰਸ਼ਾਦਾ ਛਕਾਉਣ ਤੇ ਇਹਨੂੰ ਮਾਇਆ ਵੀ ਦੇਣ, ਕੋਈ ਗੱਲ ਨਹੀਂ। ਕਹਿੰਦੇ ਇੱਕ ਦਿਨ ਗੁਰੂ ਪਿਆਰਿਓ, ਕਿਉਂਕਿ ਮਹਾਂਪੁਰਸ਼ਾਂ ਦੀ ਸੰਗਤ ਕੀਤਿਆਂ ਫਲ ਮਿਲਦਾ ਹੀ ਹੈ, ਤੁਸੀਂ ਸੰਗਤ ਕਰਨ ਆਉਂਦੇ ਬਹੁਤ ਵੱਡੇ ਫਲ ਨੇ। ਹੁਣ ਕਈ ਦਿਨ ਹੋ ਗਏ ਨੇ ਇਹਨੂੰ ਨਿੰਦਿਆ ਕਰਦਾ ਤੇ ਕਈ ਦਿਨ ਹੋ ਗਏ ਕਬੀਰ ਸਾਹਿਬ ਦੀ ਸੰਗਤ ਕਰਦੇ ਆ। ਇੱਕ ਦਿਨ ਮਨ ਵਿੱਚ ਆ ਗਿਆ ਕਿ ਸਵੇਰ ਉੱਠਦਿਆਂ ਸਾਰ ਕਹਿੰਦੇ ਅੱਜ ਕਬੀਰ ਸਾਹਿਬ ਦੀ ਨਿੰਦਿਆ ਨਹੀਂ ਕਰਨੀ,
ਕਹਿੰਦੇ ਰੋਜ਼ਾਨਾ ਉਹ ਤੇ ਮੇਰੀ ਸੇਵਾ ਕਰਦੇ ਆ, ਮੈਨੂੰ ਪੈਸੇ ਵੀ ਦਿੰਦੇ ਆ, ਖੀਰ ਪੂੜੇ ਵੀ ਛਕਾਉਂਦੇ ਆ, ਅੱਜ ਨਿੰਦਿਆ ਨਹੀਂ ਕਰਨੀ। ਸਵੇਰੇ ਉੱਠਦੇ ਆ ਸਾਰ ਗੁਰੂ ਪਿਆਰਿਓ ਨਿੰਦਿਆ ਨਹੀਂ ਕੀਤੀ, ਸਾਰਾ ਦਿਨ ਚੁੱਪ ਬੈਠੀ ਰੱਖਿਆ। ਪਰ ਸ਼ਾਮ ਦੇ ਸਮੇਂ ਕਬੀਰ ਸਾਹਿਬ ਦੇ ਘਰ ਆ ਗਿਆ, ਗੇਟ ਤੇ ਕਬੀਰ ਸਾਹਿਬ ਨੇ ਪਿੱਠ ਕਰ ਲਈ। ਆਖੋ ਸਤਨਾਮ। ਪਿੱਠ ਕਰਕੇ ਖੜੇ ਹੋ ਗਏ ਕਬੀਰ ਸਾਹਿਬ। ਇਹ ਬੜਾ ਹੈਰਾਨ ਹੋਇਆ ਕਿ ਰੋਜ਼ ਨਿੰਦਿਆ ਕਰਦਾ ਸੀ, ਆਓ ਭਗਤ ਬੜੀ ਕਰਦੇ ਸੀ, ਦੂਰੋਂ ਹੀ ਬੁਲਾ ਲੈਣਾ, ਖੀਰ ਪੂੜੇ ਛਕਾਉਣੇ। ਕਹਿੰਦੇ ਅੱਜ ਜੇ ਨਿੰਦਿਆ ਨਹੀਂ ਕੀਤੀ, ਅੱਜ ਬੁਲਾਉਂਦੇ ਹੀ ਨਹੀਂ ਪਏ। ਪੁੱਛ ਲਿਆ ਕਬੀਰ ਸਾਹਿਬ ਜੀ, ਮੈਂ ਤੁਹਾਡੀ ਨਿੰਦਿਆ ਕਰਦਾ ਸੀ, ਪਰ ਤੁਸੀਂ ਮੈਨੂੰ ਬਹੁਤ ਮੇਰੀ ਸੇਵਾ ਵੀ ਕਰਦੇ ਰਹੇ, ਹੁਣ ਅੱਜ ਮੈਂ ਨਿੰਦਿਆ ਨਹੀਂ ਕੀਤੀ, ਤੁਸੀਂ ਮੇਰੀ ਸੇਵਾ ਨਹੀਂ ਕੀਤੀ। ਕਬੀਰ ਸਾਹਿਬ ਕਹਿੰਦੇ ਭਾਈ, ਜਿਹੜਾ ਮਨੁੱਖ ਦਿਹਾੜੀ ਤੇ ਜਾਵੇ, ਕੰਮ ਕਰੇ ਤੇ ਪੈਸੇ ਮਿਲਦੇ ਆ। ਹੁਣ ਤੂੰ ਕੰਮ ਕਰਦਾ ਸੀ ਸਾਡਾ, ਤੂੰ ਦਿਹਾੜੀ ਕਰਦਾ ਸੀ ਸਾਡੀ, ਤੇ ਜਦੋਂ ਦਿਹਾੜੀ ਕਰਨ ਵਾਲਾ ਆਵੇ ਤੇ ਉਹਦੀ ਸੇਵਾ ਵੀ ਕਰੀਦੀ ਹੈ, ਪੈਸੇ ਵੀ ਦੇਈਦੇ ਆ। ਭਾਵ ਤੂੰ ਸਾਡਾ ਕਰਮ ਨਹੀਂ ਕੀਤਾ, ਕੰਮ ਨਹੀਂ ਕੀਤਾ ਸਾਡਾ। ਕਹਿੰਦੇ ਕਿਹੜਾ ਕੰਮ? ਮੈਂ ਤੇ ਤੁਹਾਡਾ ਕੋਈ ਕੰਮ ਹੀ ਨਹੀਂ ਕਰਦਾ। ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਤੂੰ ਸਾਡਾ ਰੋਜ਼ਾਨਾ ਕੰਮ ਕਰਦਾ ਸੀ। ਆਖੋ ਸਤਨਾਮ। ਕਹਿੰਦੇ ਜਿਵੇਂ ਕੱਪੜੇ ਗੰਦੇ ਹੋ ਜਾਣ ਨਾ, ਤੇ ਗੁਰੂ ਪਿਆਰਿਓ ਬਾਣੀ ਕਹਿੰਦੀ ਆ ਫਿਰ ਸਾਬਣ ਨਾਲ ਸਾਫ਼ ਹੋ ਜਾਂਦੇ ਆ। ਮੂਤ ਪਲੀਤੀ, ਅੱਗੇ ਬਚਨ ਆਵੇਗਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ, ਲਈਐ ਹੋ ਧੋਏ, ਭਰੀਐ ਮਤ ਪਾਪਾਂ ਕੈ ਸੰਗ ਹੋ ਧੋਪੈ, ਨਾਵੇ ਕੈ ਰੰਗ। ਕਬੀਰ ਸਾਹਿਬ ਕਹਿੰਦੇ ਜਿਵੇਂ ਕੱਪੜੇ ਗੰਦੇ ਹੋ ਜਾਣ, ਨਾਮ ਨਾਲ ਸਾਫ਼ ਹੋ ਜਾਂਦੇ ਐ। ਦੂਜਾ ਤਰੀਕਾ ਇਹ ਹੈ, ਜੇ ਸਰੀਰ ਰੂਪੀ ਮੈਲ ਉਤਾਰਨੀ ਹੋਵੇ ਨਾ, ਤੇ ਕੋਈ ਨਿੰਦਿਆ ਕਰਦੇ, ਫਿਰ ਨਿੰਦਿਆ ਕਰਨ ਦੇ ਨਾਲ ਉਹ ਮੈਲ ਜਿਹੜੀ ਹੈ ਦੂਰ ਹੋ ਜਾਂਦੀ ਹੈ। ਤੂੰ ਨਿੰਦਿਆ ਕਰਦਾ ਸੀ, ਤੂੰ ਸਾਡਾ ਕੰਮ ਕਰਦਾ ਸੀ। ਬਾਣੀ ਵਿੱਚ ਬਚਨ ਕਰਦੇ ਆ ਭਗਤ ਕਬੀਰ ਸਾਹਿਬ ਜੀ। ਆਓ ਸਾਰੇ ਇੱਕ ਵਾਰੀ ਗੁਰੂ ਪਿਆਰਿਓ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਕਹਿੰਦੇ ਤੂੰ ਸਾਡੀ ਨਿੰਦਿਆ ਕਰਦਾ ਸੀ, ਚੁਗਲੀ ਕਰਦਾ ਸੀ, ਇਸ ਕਰਕੇ ਅਸੀਂ ਤੈਨੂੰ ਸੇਵਾ ਕਰਦੇ ਸੀ। ਕਹਿੰਦੇ ਜੇ ਸਾਡੀ ਨਿੰਦਿਆ ਹੋਵੇ ਨਾ, ਤੇ ਫਿਰ ਬੰਦਾ ਮਨੁੱਖ ਜਿਹੜਾ ਬੈਕੁੰਠ ਚਲੇ ਜਾਂਦਾ। ਕਬੀਰ ਸਾਹਿਬ ਕਹਿੰਦੇ ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੈ ਵਸਾਈਐ। ਜੇ ਕੋਈ ਮਨੁੱਖ ਸਾਡੀ ਨਿੰਦਿਆ ਕਰਦਾ, ਉਹਦੇ ਵੱਡੇ ਗੁਣ ਨੇ। ਤੇ ਗੁਰੂ ਅਮਰਦਾਸ ਜੀ ਦੇ ਜਦੋਂ ਅਸੀਂ ਬੋਲ ਪੜਦੇ ਆ, ਮੈਂ ਪਹਿਲਾਂ ਇਹ ਬੇਨਤੀ ਕਰਦਾ, ਕਹਿੰਦੇ ਹਮਰੇ ਕਪੜੇ ਨਿੰਦਕ ਧੋਏ, ਹਿਰਦੈ ਸੁਧ ਜੋ ਨਿੰਦਾ ਹੋਏ। ਕਹਿੰਦੇ ਕੋਈ ਚੰਗਾ ਕਰਮ ਕਰਦਾ ਹੋਵੇ, ਪਰ ਮਨਮੁਖ ਬੰਦਾ ਨਿੰਦਿਆ ਕਰਦੇ, ਤੇ ਕਹਿੰਦੇ ਫਿਰ ਕੀ ਹੁੰਦਾ? ਨਿੰਦਕ ਹਮਰੇ ਕਪੜੇ ਧੋਏ। ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਕਬੀਰ ਸਾਹਿਬ ਕਹਿੰਦੇ ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਕਬੀਰ ਸਾਹਿਬ ਕਹਿੰਦੇ ਜਿਹੜਾ ਨਿੰਦਿਆ ਕਰਦਾ ਨਾ, ਉਹ ਡੁੱਬ ਜਾਂਦਾ ਹੈ। ਤੇ ਭਾਈ ਤੂੰ ਸਾਡਾ ਕੰਮ ਕਰਦਾ ਸੀ। ਇੱਕ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦਾ ਆਉਂਦਾ, ਮੈਂ ਬੇਨਤੀ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ, ਸੰਖ ਨਿੰਦਕ ਸਿਰ ਕਰੇ ਭਾਰ। ਜਿਹੜੇ ਨਿੰਦਿਆ ਕਰਦੇ ਨੇ ਉਹਨਾਂ ਦੇ ਬਾਬਤ ਸਤਿਗੁਰ ਨੇ ਬਚਨ ਕੀਤਾ। ਕਹਿੰਦੇ ਕੁਬੁੱਧ ਕੁਡੁੰਮਣੀ ਕੋਦਿਆ ਕਸਾਇਣ, ਪਰ ਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਹਿੰਦੇ ਪਰਾਈ ਨਿੰਦਿਆ ਕਰਨ ਵਾਲਾ ਕਹਿੰਦੇ ਸਾਰਿਆਂ ਤੋਂ ਮਾੜਾ ਹੁੰਦਾ। ਜਿਵੇਂ ਗੁਰੂ ਪਿਆਰਿਓ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ, ਜਨਮਾਂ ਜਨਮਾਂਤਰਾਂ ਦੀ ਮਨ ਨੂੰ ਲੱਗੀ ਹੋਈ ਜਿਹੜੀ ਮੈਲ ਹੈ, ਸਤਿਗੁਰੂ ਕਹਿੰਦੇ ਕੋਈ ਨਿੰਦਿਆ ਕਰੇ ਤੇ ਨਿੰਦਿਆ ਕਰਨ ਦੇ ਨਾਲ ਇਹ ਜਿਹੜੀ ਮੈਲ ਹੈ ਗੁਰੂ ਪਿਆਰਿਓ ਸਾਫ਼ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਮਾਂ ਭੈਣ ਵਾਲਾ ਰਿਸ਼ਤਾ ਭਗਤਾਂ ਲਈ ਕਹਿੰਦੇ ਨੇ। ਜਿਵੇਂ ਗੁਰੂ ਪਿਆਰਿਓ ਇਹ ਬਾਣੀ ਦੇ ਵਿੱਚ ਵਾਰ-ਵਾਰ ਜ਼ਿਕਰ ਆਉਂਦਾ, ਕਿਸੇ ਦੀ ਨਿੰਦਿਆ ਜਿਹੜੀ ਕਰਨੀ ਇਹ ਸਭ ਤੋਂ ਵੱਡਾ ਕਰਮ, ਮਾੜਾ ਕਰਮ ਹੈ। ਸੋ ਸਤਿਗੁਰ ਕਿਰਪਾ ਕਰਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪੰਕਤੀ ਵਿੱਚ ਮਹਾਰਾਜ ਕਿਰਪਾ ਕਰਦੇ ਆ, ਸੰਖ ਨਿੰਦਕ ਸਿਰ ਕਰੈ ਭਾਰ। ਅਸੰਖ ਜਿਹੜੇ ਸੰਸਾਰ ਦੇ ਲੋਕ ਨੇ ਗੁਰੂ ਪਿਆਰਿਓ ਨਿੰਦਾ ਕਰਕੇ ਆਪਣੇ ਸਿਰ ਉੱਤੇ ਜਿਹੜਾ ਭਾਰ ਹੈ ਇਕੱਠਾ ਕਰਦੇ ਹਨ, ਤੇ ਅੰਤ ਵੇਲੇ ਫਿਰ ਗੁਰੂ ਪਿਆਰਿਓ ਸੰਸਾਰ ਤੋਂ ਜਾ ਕਰਕੇ ਬਹੁਤ ਜਿਹੜਾ ਜਮਾਂ ਦਾ ਜਿਹੜਾ ਦੁੱਖ ਹੈ ਉਹ ਪ੍ਰਾਪਤ ਕਰਕੇ ਜਮਾਂ ਦੀ ਫਾਹੀ ਦੇ ਵਿੱਚ ਪੈ ਜਾਂਦੇ ਨੇ। ਜੰਮਣ ਮਰਨਾ ਉਹਨਾਂ ਦਾ ਗੁਰੂ ਪਿਆਰਿਓ ਲੱਗਾ ਰਹਿੰਦਾ ਹੈ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਨਾਨਕ ਨੀਚ ਕਹਿ ਵਿਚਾਰ। ਹੁਣ ਇਸ ਪੌੜੀ ਵਿੱਚ ਖਾਸੀਅਤ ਕੀ ਹੈ? ਜਿਹੜੀ ਤੁਸੀਂ ਪਹਿਲੀ ਪੌੜੀ ਪੜ੍ਹੀ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ, ਦੂਜੀ ਪੌੜੀ ਪੜ੍ਹੀ ਹੈ ਸੰਖ ਜਪ ਅਸੰਗ ਭਾਉ, ਉਹਦੇ ਵਿੱਚ ਇਹ ਜ਼ਿਕਰ ਨਹੀਂ ਹੈ। ਅਖੀਰਲੀ ਪੌੜੀ ਵਿੱਚ ਵੀ ਜ਼ਿਕਰ ਨਹੀਂ ਹੈ। ਮੈਂ ਕਹਿੰਦਾ ਐਸੇ ਗੁਰੂ ਨਾਨਕ ਸਾਹਿਬ ਤੋਂ ਬਲਹਾਰ ਜਾਈਏ। ਸਤਿਗੁਰੂ ਇਹਦੇ ਵਿੱਚ ਬਚਨ ਪਿਛਲੀ ਪੌੜੀਆਂ ਦੇ ਵਿੱਚ ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪੌੜੀ ਵਿੱਚ ਜ਼ਿਕਰ ਕੀ ਕਰਦੇ? ਨਾਨਕ ਨੀਚ ਕਹਿ ਵਿਚਾਰ। ਵੀ ਜਿੱਥੇ ਅਸੀਂ ਨੀਚਾਂ ਦੀ ਗੱਲ ਕੀਤੀ, ਅਸੰਖ ਮੂਰਖ ਨੇ, ਅਸੰਖ ਲੋਭੀ ਨੇ, ਅਸੰਖ ਨਿੰਦਿਆ ਕਰਨ ਵਾਲੇ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਹੇ ਨਿਰੰਕਾਰ, ਅਨੇਕ ਹੋਰ ਜੀਵ ਹੋਰ ਕੋਈ ਕੁਕਰਮ ਵਿੱਚ ਫਸੇ ਹੋਣਗੇ, ਪਰ ਮੇਰੀ ਤਾਕਤ ਕੀ ਹੈ? ਮੈਂ ਤੇਰੀ ਕੁਦਰਤ ਦੀ ਪੂਰਨ ਵਿਚਾਰ ਕਰ ਸਕਾਂ। ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਨੀਚ ਕਿਹਾ। ਨਾਨਕ ਵਿਚਾਰਾ ਤਾਂ ਤੇਰੀ ਸੱਚੇ ਪਾਤਸ਼ਾਹ, ਤੇਰੇ ਅੱਗੇ ਪੇਸ਼ ਕੋਈ ਨਹੀਂ ਜਾਂਦੀ। ਮਹਾਰਾਜ ਕਹਿੰਦੇ ਨਾਨਕ ਨੀਚ ਕਹਿ ਵਿਚਾਰ। ਸੱਚੇ ਪਾਤਸ਼ਾਹ ਮੈਂ ਤੇ ਆਪ ਨੀਚ ਹਾਂ, ਉਹਨਾਂ ਨੀਚਾਂ ਦੀ ਕੀ ਵਿਚਾਰ ਕਰਾਂਗਾ। ਆਓ ਸਮਾਪਤੀ ਤੇ ਮਹਾਰਾਜ ਬਚਨ ਕਰਦੇ, ਵਾਰਿਆ ਨਾ ਜਾਵਾ ਏਕ ਵਾਰ। ਪਾਤਸ਼ਾਹ ਤੇਰੇ ਚੋਜ ਐਸੇ ਨੇ, ਤੇਰੀਆਂ ਵਡਿਆਈਆਂ ਐਸੀਆਂ ਨੇ ਕਿ ਮੈਂ ਤੇਰੀਆਂ ਵਡਿਆਈਆਂ ਤੋਂ ਇੱਕ ਵੀ ਵਾਰ ਸਦਕੇ ਨਹੀਂ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੈਨੂੰ ਉਹੀ ਚੰਗਾ ਲੱਗਦਾ ਜੋ ਤੂੰ ਕਰਮ, ਜੋ ਤੂੰ ਮੇਰੇ ਹੁਕਮ ਵਿੱਚ ਭਾਵ ਮੈਨੂੰ ਬਖਸ਼ਿਸ਼ ਕੀਤਾ, ਤੇਰੇ ਭਾਣੇ ਵਿੱਚ ਹੀ ਰਹਿਣਾ ਚੰਗਾ ਲੱਗਦਾ। ਤੂੰ ਸਦਾ ਟਲ ਹੈ। ਸੱਚੇ ਪਾਤਸ਼ਾਹ ਕਿਰਪਾ ਕਰ, ਆਉਣ ਵਾਲੇ ਸਮੇਂ ਵਿੱਚ ਵੀ ਮੈਨੂੰ ਆਪਣੇ ਭਾਣੇ ਵਿੱਚ ਰਹਿਣ ਦੀ ਦਾਤ ਬਖਸ਼। ਗੁਰੂ ਪਿਆਰਿਓ, ਇਹ 18ਵੀਂ ਪੌੜੀ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਹੈ। ਹੁਣ 3 ਦਿਨ ਜਿਹੜੀ ਜਪਜੀ ਸਾਹਿਬ ਦੀ ਵਿਚਾਰ ਨਹੀਂ ਹੋਵੇਗੀ, ਕਿਉਂਕਿ ਸਮੁੱਚੀ ਪ੍ਰਬੰਧਕ ਕਮੇਟੀ ਆਪ ਸਮੂਹ ਸੰਗਤ ਦਾ ਸਹਿਯੋਗ, ਜੋ ਨਨਕਾਣਾ ਸਾਹਿਬ ਜੀ ਦਾ ਜੋ ਗੁਰੂ ਪਿਆਰੇ ਸ਼ਹੀਦੀ ਦਿਹਾੜਾ, ਜੋ ਨਨਕਾਣਾ ਸਾਹਿਬ ਦਾ ਸਾਕਾ ਆ ਰਿਹਾ ਹੈ, ਜਿਨ੍ਹਾਂ ਵਿੱਚ ਅਨੇਕਾਂ ਸ਼ਹੀਦ ਸਿੰਘਣੀਆਂ ਨੇ, ਗੁਰੂ